नमस्कार, मैं हाँ शमी डावरा तो तुसीं देख रहे हो SDTV प्राइम। दोस्तों SDTV प्राइम ਤੇ ਅੱਜ ਅਸੀਂ ਤੁਹਾਨੂੰ ਲੈ ਚੱਲਾਂਗੇ ਮੋਗਾ ਜ਼ਿਲ੍ਹਾ ਦੇ ਪਿੰਡ ਦੋਦਰ ਦੇ ਵਿੱਚ। ਦੋਦਰ ਇੱਕ ਅਜਿਹਾ ਪਿੰਡ ਹੈ ਜਿਸ ਪਿੰਡ ਦੇ ਵਿੱਚ ਬਹੁਤ ਸਾਰੇ ਕਬੱਡੀ ਖਿਡਾਰੀ ਪੈਦਾ ਹੋਏ ਨੇ, ਬਹੁਤ ਸਾਰੇ ਕਲਾਕਾਰ, ਚਿੱਤਰਕਾਰ ਅਜਿਹੇ ਲੋਕ ਪੈਦਾ ਹੋਏ ਨੇ ਤੇ ਬਹੁਤ ਸਾਰੇ ਸੰਤ ਮਹਾਤਮਾ ਇਸ ਭੂਮੀ ਦੇ ਉੱਤੇ ਪੈਦਾ ਹੋਏ ਨੇ। ਅਜਿਹੇ ਹੀ ਇੱਕ ਸੰਤ ਮਹਾਪੁਰਖ ਬਾਬਾ ਨਾਹਰ ਸਿੰਘ ਜੀ ਸਨੇਰਾ ਵਾਲਿਆਂ ਨੇ ਇਸ ਦੋਦਰ ਦੀ ਭੂਮੀ ਨੂੰ ਇੱਕ ਅਜੂਬੇ ਦੇ ਰੂਪ ਦੇ ਵਿੱਚ ਬਦਲ ਦਿੱਤਾ ਹੈ। ਉਹਨਾਂ ਨੇ ਨਾ ਕੇਵਲ ਇੱਥੇ ਇੱਕ ਬਹੁਤ ਹੀ ਬਿਹਤਰੀਨ ਹਸਪਤਾਲ ਦਾ ਨਿਰਮਾਣ ਕਰਾਇਆ, ਬਲਕਿ ਬਹੁਤ ਸਾਰੇ ਇੰਸਟੀਚਿਊਟ ਇਸ ਪਿੰਡ ਦੇ ਵਿੱਚ ਖੋਲ੍ਹੇ ਤੇ ਉਹਨਾਂ ਨੇ ਇਸ ਦੋਦਰ ਪਿੰਡ ਦੇ ਵਿੱਚ ਇਨਸਾਨ ਦੇ ਆਖਰੀ ਸਫ਼ਰ ਦੇ ਲਈ ਇੱਕ ਅਜਿਹੀ ਮੰਜ਼ਿਲ ਬਣਾ ਦਿੱਤੀ ਜਿਸ ਨੂੰ ਬਾਕੀ ਆਏ ਲੋਕ ਵੇਖ ਕੇ ਇਹੀ ਕਹਿੰਦੇ ਨੇ ਕਿ ਵਾਹ, ਇਹ ਸੱਚਮੁੱਚ ਆਖਰੀ ਮੰਜ਼ਿਲ ਬਹੁਤ ਖੂਬਸੂਰਤ ਹੈ। ਅਸੀਂ ਵੀ ਤੁਹਾਨੂੰ ਇਨਸਾਨ ਦੀ ਉਸ ਆਖਰੀ ਮੰਜ਼ਿਲ ਦੇ ਅੱਜ ਦਰਸ਼ਨ ਕਰਾਉਣ ਜਾ ਰਹੇ ਹਾਂ। ਉਸ ਸ਼ਮਸ਼ਾਨ ਭੂਮੀ ਬਾਰੇ ਦੱਸਣ ਜਾ ਰਹੇ ਹਾਂ ਜਿਹੜੀ ਸੰਤ ਬਾਬਾ ਨਾਹਰ ਸਿੰਘ ਜੀ ਸਨੇਰਾ ਵਾਲਿਆਂ ਨੇ ਆਪਣੀ ਮਾਂ ਬਚਨ ਕੌਰ ਦੀ ਯਾਦ ਦੇ ਵਿੱਚ 2002 ਦੇ ਵਿੱਚ ਬਣਾਈ ਹੈ। ਆਓ ਦੇਖਦੇ ਹਾਂ ਦੋਦਰ ਦੀ ਉਹ ਸ਼ਮਸ਼ਾਨ ਭੂਮੀ ਤੇ ਨਾਲ ਹੀ ਤੁਹਾਨੂੰ ਦਿਖਾਵਾਂਗੇ, ਮਿਲਾਵਾਂਗੇ ਉਸ ਚਿੱਤਰਕਾਰ ਦੇ ਨਾਲ ਜਿਸ ਨੇ ਇਸ ਪੂਰੀ ਸ਼ਮਸ਼ਾਨ ਭੂਮੀ ਨੂੰ ਆਪਣੀ ਚਿੱਤਰਕਲਾ ਰਾਹੀਂ ਵਿਦੇਸ਼ਾਂ ਤੱਕ ਮਸ਼ਹੂਰ ਕਰ ਦਿੱਤਾ ਹੈ। ਦੇਖਦੇ ਹਾਂ ਇਹ ਪੂਰੀ ਰਿਪੋਰਟ। ਸ਼ਮਸ਼ਾਨ ਭੂਮੀ ਦੀ ਇਹ ਇਮਾਰਤ ਜਿਹੜੀ ਮਾਤਾ ਬਚਨ ਕੌਰ ਜੀ ਦੀ ਯਾਦ ਦੇ ਵਿੱਚ ਦੋਦਰ ਪਿੰਡ ਦੇ ਵਿੱਚ ਬਣਾਈ ਗਈ ਹੈ, ਇਸ ਦਾ ਤੁਸੀਂ ਨਕਸ਼ਾ ਦੇਖ ਸਕਦੇ ਹੋ ਕਿ ਇਹ ਇੱਕ ਡੋਮ ਰੂਪੀ, ਇਗਲੂ ਰੂਪੀ ਸ਼ਕਲ ਦੇ ਵਿੱਚ ਇਸ ਇਮਾਰਤ ਨੂੰ ਬਣਾਇਆ ਗਿਆ ਹੈ। ਇਸ ਇਮਾਰਤ ਦੇ ਬਾਹਰ ਵਾਲੇ ਪਾਸੇ ਬਹੁਤ ਹੀ ਵਧੀਆ ਅਲੱਗ-ਅਲੱਗ ਤਰ੍ਹਾਂ ਦੀਆਂ ਮੂਰਤੀਆਂ ਬਣਾਈਆਂ ਗਈਆਂ, ਜਿਹੜੀਆਂ ਮੂਰਤੀਆਂ ਸਾਨੂੰ ਕਿਤੇ ਨਾ ਕਿਤੇ ਕੋਈ ਸੰਦੇਸ਼ ਦੇ ਕੇ ਇਸ ਜੀਵਨ ਯਾਤਰਾ ਦੇ ਵਿੱਚ ਇਨਸਾਨ ਆਉਂਦਾ ਹੈ, ਉਸ ਦਾ ਅੰਤ ਕਿਸ ਤਰ੍ਹਾਂ ਹੁੰਦਾ ਹੈ, ਉਸ ਦਾ ਸੰਦੇਸ਼ ਦੇ ਕੇ ਜਾਂਦਾ ਹੈ। ਇਸ ਜਗ੍ਹਾ ਦੇ ਉੱਤੇ ਸ਼ਹਿਨशाह ਦੀ ਬਣੀ ਹੋਈ ਇਹ ਮੂਰਤੀ ਇਹ ਦਰਸਾਉਂਦੀ ਹੈ ਕਿ ਸ਼ਹਿਨशाह ਹੋਵੇ ਜਾਂ ਕੋਈ ਫਕੀਰ ਹੋਵੇ, ਉਸ ਨੂੰ ਆਪਣੀ ਅੰਤਿਮ ਯਾਤਰਾ ਇਸੇ ਮੰਜ਼ਿਲ ਤੱਕ ਲੈ ਕੇ ਆਉਂਦੀ ਹੈ। ਇਸ ਦੇ ਨਾਲ ਹੀ ਬਾਜ ਦੀ ਬਣੀ ਹੋਈ ਮੂਰਤ, ਇਸ ਦੀ ਬਣੀ ਹੋਈ ਇਹ ਤਸਵੀਰ ਆਪਣੇ ਆਪ ਦੇ ਵਿੱਚ ਅਲੱਗ ਸੰਦੇਸ਼ ਲੋਕਾਂ ਨੂੰ ਦਿੰਦੀ ਹੈ। ਨਾਲ ਹੀ ਨਾਲ ਫਕੀਰ ਦੀ ਬਣੀ ਹੋਈ ਮੂਰਤ ਇਹ ਦਰਸਾਉਂਦੀ ਹੈ ਕਿ ਰਾਜਾ ਹੋਵੇ ਜਾਂ ਕੋਈ ਭਿਖਾਰੀ ਹੋਵੇ, ਅੰਤ ਉਸ ਦਾ ਇਸੇ ਜਗ੍ਹਾ ਦੇ ਉੱਤੇ ਆ ਕੇ ਹੁੰਦਾ ਹੈ। ਗਰੀਬ ਹੋਵੇ ਜਾਂ ਅਮੀਰ ਹੋਵੇ, ਉਸ ਨੂੰ ਆਪਣੇ ਆਖਰੀ ਸਫ਼ਰ ਦੇ ਲਈ ਇਸੇ ਮੰਜ਼ਿਲ ਤੱਕ ਆਉਣਾ ਪੈਂਦਾ ਹੈ। ਬਹੁਤ ਹੀ ਖੂਬਸੂਰਤੀ ਦੇ ਨਾਲ ਇਹ ਚਿੱਤਰ ਇਸ ਸ਼ਮਸ਼ਾਨ ਭੂਮੀ ਦੇ ਵਿੱਚ ਬਣਾਏ ਗਏ। ਇਸੇ ਸ਼ਮਸ਼ਾਨ ਭੂਮੀ ਦੇ ਵਿੱਚ ਧਰਮ ਦੀ ਕਿਸ ਤਰ੍ਹਾਂ ਜਿੱਤ ਹੁੰਦੀ ਹੈ, ਧਰਮ ਦੀ ਕਿਸ ਤਰ੍ਹਾਂ ਰੱਖਿਆ ਹੁੰਦੀ ਹੈ, ਇਸ ਦਾ ਇੱਕ ਚਿੱਤਰ ਬਣਾ ਕੇ ਤਾਰਾਵਤੀ, ਹਰੀਸ਼ ਚੰਦਰ ਤੇ ਉਹਨਾਂ ਦੇ ਨਾਲ ਖੜੇ ਹੋਏ ਇੱਕ ਪੇੜ ਦੇ ਪਿੱਛੇ ਮੁਨੀ ਵਿਸ਼ਵਾਮਿੱਤਰ ਦਾ ਬਣਾ ਕੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਜਦੋਂ ਰਾਜਾ ਹਰੀਸ਼ ਚੰਦਰ ਦੇ ਉੱਤੇ ਵੀ ਆਈ, ਉਹਨਾਂ ਦਾ ਬੇਟਾ ਰੋਹਿਤ ਮਰ ਗਿਆ ਸੱਪ ਲੜਨ ਦੇ ਨਾਲ, ਤਾਂ ਉਹਨਾਂ ਦੀ ਪਤਨੀ ਤਾਰਾਵਤੀ ਜਦੋਂ ਇੱਥੇ ਆਈ ਤਾਂ ਉਹਨਾਂ ਨੇ ਉਹਨਾਂ ਕੋਲੋਂ ਵੀ ਇੱਕ ਟਕਾ ਮੰਗਿਆ ਸੀ ਰੋਹਿਤ ਦੇ ਸੰਸਕਾਰ ਲਈ।
ਜਦੋਂ ਤਾਰਾਵਤੀ ਨੇ ਕਿਹਾ ਕਿ ਉਸਦੇ ਕੋਲ 1 ਰੁਪਿਆ ਜਾਂ 1 ਟਕਾ ਨਹੀਂ ਹੈ ਤਾਂ ਹਰੀਸ਼ ਚੰਦਰ ਨੇ ਕਿਹਾ ਸੀ ਕਿ ਮੈਂ ਇਸ ਜਗ੍ਹਾ ਦੇ ਉੱਤੇ ਨੌਕਰੀ ਕਰਦਾ ਤੇ ਮੈਂ ਧਰਮ ਦੇ ਲਈ ਤੇਰੇ ਕੋਲੋਂ ਇਹ ਜ਼ਰੂਰ ਲਾਂਗਾ, ਜਾ ਬੇਸ਼ੱਕ ਆਪਣੇ ਕੱਪੜੇ ਵੇਚਿਆ, ਤਨ ਦੇ ਚਾਹੇ ਕੁਝ ਵੀ ਵੇਚ ਕੇ ਆ, ਲੇਕਿਨ ਮੈਨੂੰ 1 ਟਕਾ ਚਾਹੀਦਾ ਹੈ, ਤਾਂ ਹੀ ਮੈਂ ਆਪਣੇ ਪੁੱਤਰ ਦਾ ਸੰਸਕਾਰ ਵੀ ਇਸ ਜਗ੍ਹਾ ਤੇ ਹੋਣ ਦੇਵਾਂ। ਇਹ ਸਾਨੂੰ ਸੰਦੇਸ਼ ਦੇਣ ਦੇ ਲਈ ਅਜਿਹੀਆਂ ਮੂਰਤੀਆਂ ਬਣਾਈਆਂ ਗਈਆਂ। ਕਬੀਰ ਸੰਗਤ ਕਰੀਏ ਸਾਧਕੀ ਅੰਤ ਕਰੇ ਨਿਰਵਾਹ, ਅਜਿਹੀਆਂ ਬਹੁਤ ਸਾਰੀਆਂ ਲਾਈਨਾਂ ਇੱਥੇ ਲਿਖੀਆਂ ਨੇ। ਬਹੁਤ ਸਾਰੀਆਂ ਫਕੀਰਾਂ ਦੀਆਂ, ਰਾਜਿਆਂ ਦੀਆਂ, ਸ਼ਹਿਨਸ਼ਾਹਾਂ ਦੀਆਂ ਫੋਟੋਆਂ ਬਣਾ ਕੇ, ਇੱਥੇ ਕੋਈ ਸੈਨਾਪਤੀ ਦੀਆਂ ਫੋਟੋਆਂ ਬਣਾ ਕੇ, ਕੋਈ ਫੌਜੀਆਂ ਦੀਆਂ ਫੋਟੋਆਂ ਬਣਾ ਕੇ ਇਹ ਦਰਸਾਇਆ ਗਿਆ ਹੈ ਕਿ ਹਰੇਕ ਦੀ ਮੰਜ਼ਿਲ ਅਗਰ ਹੈ ਤਾਂ ਉਹ ਹੈ ਸ਼ਮਸ਼ਾਨ ਭੂਮੀ। ਸ਼ਮਸ਼ਾਨ ਭੂਮੀ ਨੂੰ ਬਾਹਰ ਅਜਿਹੀਆਂ ਤਸਵੀਰਾਂ ਲਗਾ ਕੇ ਇੱਕ ਸੰਦੇਸ਼ ਦਿੱਤਾ ਗਿਆ ਹੈ। ਉੱਥੇ ਹੀ ਹੁਣ ਤੁਹਾਨੂੰ ਅੰਦਰ ਲੈ ਚੱਲਦੇ ਆ, ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਦਾ ਮਾਹੌਲ ਇਸ ਦੇ ਅੰਦਰ ਹੈ। ਇਸ ਵਕਤ ਅਸੀਂ ਆ ਗਏ ਹਾਂ ਸ਼ਮਸ਼ਾਨ ਭੂਮੀ ਦੇ ਅੰਦਰ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਚਾਰੋਂ ਪਾਸੇ ਅਜਿਹੀਆਂ ਤਸਵੀਰਾਂ ਲਗਾ ਕੇ ਇਸ ਨੂੰ ਇਸ ਤਰ੍ਹਾਂ ਦਾ ਬਣਾਇਆ ਗਿਆ ਹੈ ਕਿ ਆਸ਼ਾ ਛੋੜਦਾ ਹੈ। ਇਹ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਉੱਪਰ ਕਿਰਤੀ ਪੁਰਸ਼ ਦੇ ਨਾਲ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਇਹ ਫੋਟੋ ਲਗਾਈ ਗਈ ਹੈ, ਜਿਹੜੇ ਇਸ ਪਿੰਡ ਦੇ ਜੰਮਪਲ ਸਨ। ਨਾਲ ਹੀ ਸ਼ਿਵ ਜੀ ਭਗਵਾਨ ਦੀ ਫੋਟੋ ਲਗਾਈ ਗਈ ਹੈ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਕ ਫੋਟੋ ਅਜਿਹੀ ਲਗਾਈ ਗਈ ਹੈ ਜਿਸ ਦੇ ਉੱਤੇ ਲਿਖ ਕੇ ਲਗਾਇਆ ਗਿਆ ਕਿ ਜਿਹੜੇ ਲੋਕ ਧਰਤੀ ਦੇ ਉੱਤੇ ਸ਼ਰਾਬ ਪੀਂਦੇ ਨੇ ਉਹਨਾਂ ਦਾ ਅੰਤ ਕਿਸ ਤਰ੍ਹਾਂ ਦਾ ਹੁੰਦਾ ਹੈ, ਕਿਸ ਤਰ੍ਹਾਂ ਉਸ ਨੂੰ ਧਰਮਰਾਜ ਦੇ ਰਾਖਸ਼ ਆ ਕੇ ਲੈ ਕੇ ਜਾਂਦੇ ਨੇ ਤੇ ਉਹ ਉਹਨਾਂ ਨੂੰ ਸਜ਼ਾ ਦਿਵਾਉਂਦੇ ਨੇ। ਇਸੇ ਤਰ੍ਹਾਂ ਕੋਈ ਬੁਰੇ ਕਰਮ ਕਰਦਾ ਹੈ ਉਸ ਨੂੰ ਕਿਸ ਤਰ੍ਹਾਂ ਧਰਮਰਾਜ ਦੇ ਯਮਦੂਤ ਆ ਕੇ ਲੈ ਕੇ ਜਾਂਦੇ ਨੇ ਤੇ ਉਸ ਦਾ ਕੀ ਹਸ਼ਰ ਕਰਦੇ ਨੇ। ਤੇ ਇਸੇ ਤਰ੍ਹਾਂ ਅਗਰ ਕੋਈ ਵਿਅਕਤੀ ਹੋਰ ਮਾੜੇ ਕੰਮ ਕਰਦਾ ਹੈ ਤੇ ਉਸ ਦਾ ਹਸ਼ਰ ਕੀ ਹੁੰਦਾ ਹੈ। ਨਾਲ ਹੀ ਨਾਲ ਬਹੁਤ ਸਾਰੇ ਸੰਤਾਂ ਮਹਾਂਪੁਰਸ਼ਾਂ ਦੀਆਂ, ਗੁਰੂ ਨਾਨਕ ਦੇਵ ਜੀ ਦੀਆਂ ਤਸਵੀਰਾਂ ਇਸ ਚਿੱਤਰਕਲਾ ਦੇ ਰੂਪ ਦੇ ਵਿੱਚ ਇਸ ਸਥਾਨ ਦੇ ਉੱਤੇ ਲੱਗੀਆਂ ਹੋਈਆਂ ਨੇ। ਬਹੁਤ ਦੇਵੀ ਦੇਵਤਿਆਂ ਦੀਆਂ ਫੋਟੋਆਂ ਨੇ। ਇਹ ਯਮਰਾਜ ਜੋ ਕਿ ਲੇਖਾ ਕਰਦੇ ਹੋਏ ਕਿ ਤੁਹਾਡੇ ਕਰਮਾਂ ਦਾ ਲੇਖਾ ਕੀ ਹੈ। ਬਿਲਕੁਲ ਜਿੱਥੇ ਯਮਰਾਜ ਦੀ ਤਸਵੀਰ ਬਣੀ ਹੈ ਉਸ ਦੇ ਥੱਲੇ ਹੈ ਉਹ ਸਥਾਨ ਜਿੱਥੇ ਮ੍ਰਿਤਕ ਦੇਹ ਨੂੰ ਲਿਆ ਕੇ ਰੱਖ ਦਿੰਦਾ ਹੈ। ਕਾਰਪੈਟ ਵਿਛੇ ਹੋਏ ਨੇ ਹਾਲ ਦੇ ਵਿੱਚ ਤੇ ਇਸ ਪੂਰੇ ਜਿੱਥੇ ਮ੍ਰਿਤਕ ਦੇਹ ਹੁੰਦੀ ਹੈ ਉਸ ਦੇ ਪਿੱਛੇ 2 ਚੈਂਬਰ ਬਣਾਏ ਗਏ ਨੇ। ਚੈਂਬਰ ਇਹ ਤੁਸੀਂ ਦੇਖ ਸਕਦੇ ਹੋ, ਇਹ ਉਹ ਚੈਂਬਰ ਨੇ ਜਿੱਥੇ ਮ੍ਰਿਤਕ ਦੇਹ ਨੂੰ ਲਿਆ ਕੇ ਉਹਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ। ਇੱਕ ਪਾਸੇ ਜਿੱਥੇ ਉਹ ਫੋਟੋਆਂ ਨੇ ਜਿਹੜੀਆਂ ਸਾਨੂੰ ਦੱਸਦੇ ਕਿ ਬੁਰੇ ਕਰਮਾਂ ਦਾ ਫਲ ਕਿਸ ਤਰ੍ਹਾਂ ਹੁੰਦਾ ਹੈ, ਦੂਸਰੇ ਪਾਸੇ ਧਰਮਰਾਜ ਦੇ ਅਜਿਹੀਆਂ ਸੰਤਾਂ ਮਹਾਂਪੁਰਸ਼ਾਂ ਦੀਆਂ ਫੋਟੋਆਂ ਨੇ। ਦੇਖ ਸਕਦੇ ਹੋ ਬਾਬਾ ਮੋਦਾ ਸਿੰਘ ਜੀ ਦੀ ਫੋਟੋ ਇਸ ਜਗ੍ਹਾ ਦੇ ਉੱਤੇ ਬਣੀ ਹੋਈ ਹੈ। ਇਸ ਜਗ੍ਹਾ ਦੇ ਉੱਤੇ ਹੋਰ ਬਹੁਤ ਸਾਰੇ ਸੰਤਾਂ ਮਹਾਂਪੁਰਸ਼ਾਂ ਦੀ ਫੋਟੋ ਬਣੀ ਗਈ ਹੈ। ਸੰਤ ਬਾਬਾ ਨਾਹਰ ਸਿੰਘ ਜੀ ਦੀ ਫੋਟੋ ਬਣੀ ਹੋਈ ਹੈ। ਇਹਨਾਂ ਨੂੰ ਦੱਸਿਆ ਗਿਆ ਵੀ ਜਦੋਂ ਉਹਨਾਂ ਦਾ ਸਵਰਗਵਾਸ ਹੁੰਦਾ ਹੈ ਤਾਂ ਕਿਸ ਤਰ੍ਹਾਂ ਸੱਚਖੰਡ ਦੇ ਵਿੱਚ ਆ ਕੇ ਜਿਹੜੇ ਸਵਰਗ ਦੀਆਂ ਅਪਸਰਾਵਾਂ ਹੁੰਦੀਆਂ ਨੇ, ਸਵਰਗ ਦੇ ਦੂਤ ਹੁੰਦੇ ਨੇ, ਉਹ ਕਿਸ ਤਰ੍ਹਾਂ ਮਹਾਂਪੁਰਸ਼ਾਂ ਨੂੰ ਉਹ ਬਿਠਾ ਕੇ ਪੰਖਾਂ ਦੇ ਉੱਤੇ ਆਪਣੇ ਦੇ ਉੱਤੇ ਆਪਣੇ ਸਰੀਰ ਦੇ ਉੱਤੇ ਬਿਠਾ ਕੇ ਕਿਸ ਤਰ੍ਹਾਂ ਉਹਨਾਂ ਨੂੰ ਲੈ ਕੇ ਜਾਂਦੇ ਨੇ। ਇਸ ਤਰ੍ਹਾਂ ਹੀ ਇਹ ਤੁਸੀਂ ਦੇਖ ਸਕਦੇ ਹੋ ਕਿ ਸੰਤ ਬਾਬਾ ਨਾਹਰ ਸਿੰਘ ਜੀ ਤੇ ਹੋਰ ਜਿਹੜੇ ਇੱਥੇ ਸੰਤ ਨੇ ਉਹ ਕਿਸ ਤਰ੍ਹਾਂ ਉਹਨਾਂ ਦੀਆਂ ਦਰਸਾਇਆ ਗਿਆ ਹੈ ਵੀ ਉਹਨਾਂ ਨੂੰ ਲੈ ਕੇ ਜਿਹੜੇ ਹੈ ਉਹ ਸਵਰਗ ਦੇ ਅਪਸਰਾਵਾਂ ਜਾਂ ਸਵਰਗ ਦੇ ਲੋਕ ਦੇ ਆਉਣ ਵਾਲੇ ਜਿਹੜੇ ਸੀਗੇ ਉਹ ਕਿਸ ਤਰ੍ਹਾਂ ਉਹਨਾਂ ਨੂੰ ਲੈ ਕੇ ਜਾਂਦੇ। ਸੰਤ ਮਹਾਂਪੁਰਖ ਸੱਚਖੰਡ ਦੇ ਵਿੱਚ ਕਿਸ ਤਰ੍ਹਾਂ ਜਾਂਦੇ ਨੇ, ਕਿਸੇ ਨੂੰ ਰੱਥ ਤੇ ਬਿਠਾ ਕੇ ਲੈ ਕੇ ਜਾਇਆ ਜਾਂਦਾ ਹੈ, ਕਿਸੇ ਨੂੰ ਅਪਸਰਾਵਾਂ ਲੈ ਕੇ ਜਾਂਦੇ ਨੇ, ਕਿਸੇ ਨੂੰ ਪਰੀਆਂ ਲੈ ਕੇ ਜਾਂਦੀਆਂ ਨੇ। ਤੇ ਇਹ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਯਾਤਰਾਵਾਂ ਕਰਾਉਂਦੇ ਨੇ। ਇਸੇ ਤਰ੍ਹਾਂ ਇਸ ਦੇ ਵਿੱਚ ਨੀਚੇ ਜਿਹੜੀ ਤੁਸੀਂ ਆ ਦੇਖ ਸਕਦੇ ਹੋ ਬਾਬਾ ਨਾਨਕ ਦੀ ਇਹ ਦੱਸੀ ਗਈ ਹੈ। ਬਾਬਾ ਨਾਨਕ ਜੀ ਕਿਸ ਤਰ੍ਹਾਂ ਨੇ ਦੱਸਦੇ ਨੇ ਤੇ ਇਸੇ ਤਰ੍ਹਾਂ ਇਹ ਵੀ ਬਾਬਾ ਨਾਨਕ ਜੀ ਦੀ ਤਸਵੀਰ ਜਿਹੜੀ ਹੈ ਉਹ ਇਸ ਜਗ੍ਹਾ ਦੇ ਉੱਤੇ ਲਿਆ ਕੇ ਲਗਾਈ ਗਈ ਹੈ। ਸੋ ਇਹ ਵੀ ਤਸਵੀਰਾਂ ਕਿਤੇ ਨਾ ਕਿਤੇ ਸੰਦੇਸ਼ ਦਿੰਦੀਆਂ ਨੇ ਸਾਨੂੰ ਕਿ ਆਖਿਰ ਬਾਬਾ ਨਾਨਕ ਨੇ ਵੀ ਸਾਨੂੰ ਬਹੁਤ ਸਾਰੀਆਂ ਕ੍ਰਿਤੀਆਂ ਦੇ ਵਿੱਚੋਂ ਕੱਢ ਕੇ ਧਰਮ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀਗੀ। ਅਸੀਂ ਜਿਹੜੇ ਵਹਿਮਾਂ ਭਰਮਾਂ ਦੇ ਵਿੱਚ ਫਸੇ ਹੋਏ ਸੀ ਉਸ ਵਹਿਮਾਂ ਭਰਮਾਂ ਤੋਂ ਬਾਬੇ ਨਾਨਕ ਨੇ ਸਾਨੂੰ ਕੱਢਣ ਦੀ ਕੋਸ਼ਿਸ਼ ਕੀਤੀ ਸੀ। ਇਹ ਚਿੱਤਰਕਾਰੀ ਜਿਹੜੀ ਹੈ ਉਸ ਵਕਤ ਦੀ ਕੀਤੀ ਗਈ ਹੈ। ਇਸੇ ਤਰ੍ਹਾਂ ਇਸ ਦੇ ਦੂਸਰੇ ਪਾਸੇ ਵੀ ਚਿੱਤਰਕਾਰੀ ਕੀਤੀ ਗਈ ਹੈ। ਦੂਸਰੇ ਪਾਸੇ ਜਦੋਂ ਭਾਈ ਮਰਦਾਨਾ ਜੀ ਦੀ ਮ੍ਰਿਤੂ ਹੋਣ ਲੱਗੀ ਤੇ ਉਹ ਗੁਰੂ ਨਾਨਕ ਦੇਵ ਜੀ ਦੇ
ਗੋਦ ਦੇ ਵਿੱਚ ਉਹਨਾਂ ਨੇ ਜਦੋਂ ਸਵਾਸ ਗਏ, ਇਹ ਉਸ ਵਕਤ ਦੀ ਫੋਟੋ ਜਿਹੜੀ ਹੈ ਤੁਹਾਡੇ ਸਾਹਮਣੇ ਬਣਾਈ ਹੋਈ ਹੈ। ਤੇ ਇਸੇ ਤਰ੍ਹਾਂ ਤੁਸੀਂ ਜਦੋਂ ਇਹ ਦੇਖ ਸਕਦੇ ਹੋ ਕਿ ਜਦੋਂ ਭੈਣ ਨਾਨਕੀ ਜਦੋਂ ਵੀ ਬਾਬੇ ਨਾਨਕ ਨੂੰ ਯਾਦ ਕਰਦੀ ਸੀ, ਆਪਣੇ ਭਰਾ ਨਾਨਕ ਨੂੰ ਯਾਦ ਕਰਦੀ ਸੀ, ਉਸੇ ਵਕਤ ਨਾਨਕ ਜੀ ਪਲਾਂ ਵਿੱਚ ਉੱਥੇ ਆ ਜਾਂਦੇ ਸਨ। ਇਸੇ ਤਰ੍ਹਾਂ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਕੁਰੂਕਸ਼ੇਤਰ ਦੇ ਵਿੱਚ ਕਿਸ ਤਰ੍ਹਾਂ ਸੂਰਜ ਗ੍ਰਹਿਣ ਦੇ ਮੌਕੇ ਪੰਡਤਾਂ ਨੂੰ ਵਹਿਮਾਂ ਭਰਮਾਂ ਤੋਂ ਦੂਰ ਕੀਤਾ ਬਾਬੇ ਨਾਨਕ ਨੇ। ਉਹ ਫੋਟੋ ਵੀ ਸਾਨੂੰ ਕਿਤੇ ਨਾ ਕਿਤੇ ਕੁਝ ਸੰਦੇਸ਼ ਦੇ ਰਹੀ ਹੈ। ਇਸੇ ਤਰ੍ਹਾਂ ਹੀ ਜਦੋਂ ਬਹੁਤ ਭਾਈ ਮਰਦਾਨਾ ਜੀ ਨਾਲ ਯਾਤਰਾ ਦੇ ਉੱਤੇ ਗਏ ਹੋਏ ਸੀਗੇ ਤਾਂ ਉਹ ਲੱਕੜਹਾਰੇ ਦਾ ਕਿਸ ਤਰ੍ਹਾਂ ਉਹਨਾਂ ਨੇ ਇੱਕ ਭਰਮ ਤੋੜਿਆ ਸੀ, ਉਸ ਨੂੰ ਕਿਸ ਤਰ੍ਹਾਂ ਸੇਧ ਦਿੱਤੀ ਸੀ, ਇਹ ਵੀ ਫੋਟੋ ਤੁਸੀਂ ਦੇਖ ਸਕਦੇ ਹੋ। ਬਹੁਤ ਸਾਰੀਆਂ ਤਸਵੀਰਾਂ ਇੱਥੇ ਅਜਿਹੀਆਂ ਬਣੀਆਂ ਹੋਈਆਂ ਨੇ ਜਿਹੜੇ ਆਪਣੇ ਆਪ ਦੇ ਵਿੱਚ ਬਹੁਤ, ਇਹ ਤਸਵੀਰ ਜਿਹੜੀ ਹੈ ਇਸ ਵਕਤ ਇਹ ਪੰਜ ਪਿਆਰਿਆਂ ਤੇ ਗੁਰੂ ਸਾਹਿਬਾਨ ਦੀ ਇਹ ਚਿੱਤਰ ਜਿਹੜਾ ਹੈ ਇਹ ਚਿੱਤਰਕਾਰ ਜਿਨ੍ਹਾਂ ਨਾਲ ਅਸੀਂ ਗੱਲਬਾਤ ਵੀ ਕਰਾਂਗੇ, ਸਰਦਾਰ ਵਜੀਤ ਸਿੰਘ ਰਾਏ ਮੁਕਤਸਰੀ, ਇਹ ਇਹਨਾਂ ਨੇ ਬਣਾਈ ਹੈ। ਮੁਕਤਸਰੀ ਸਾਹਿਬ ਨੇ ਇਹ ਸਾਰੀਆਂ ਤਸਵੀਰਾਂ ਜਿਹੜੀਆਂ ਬਣਾਈਆਂ ਨੇ ਉਹ ਇੱਥੇ ਜਿਹੜੀਆਂ ਮੁਕਤਸਰੀ ਸਾਹਿਬ ਨੇ ਬਣਾਈਆਂ ਨੇ। ਆਓ ਗੱਲਬਾਤ ਕਰਦੇ ਹਾਂ ਮੁਕਤਸਰੀ ਸਾਹਿਬ ਨਾਲ ਕਿ ਇਹਨਾਂ ਨੇ ਇਹ ਆਖਿਰ ਕਿਸ ਤਰ੍ਹਾਂ ਬਣਾਈਆਂ, ਕਿਵੇਂ ਬਣਾਈਆਂ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਰਾਏ ਸਾਹਿਬ। ਕੀ ਹੈ ਰਾਏ ਸਾਹਿਬ, ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹਾਂਗਾ ਕਿ ਆਖਿਰ ਇਹ ਤੁਸੀਂ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਇੱਥੇ ਸਜਾਈਆਂ ਨੇ, ਇਹਨਾਂ ਦਾ ਸ਼ੌਕ ਤੁਹਾਨੂੰ ਕਿਸ ਤਰ੍ਹਾਂ? ਬਚਪਨ ਤੋਂ ਸ਼ੌਕ ਸੀ ਪੇਂਟਿੰਗ ਦਾ, ਔਰ ਚੰਗੇ ਤੁਹਾਡੇ ਅੱਗੇ ਦੋਸਤ ਮਿੱਤਰ ਸਿਖਾਉਣ ਵਾਲੇ ਉਸਤਾਦ ਚੰਗੇ ਮਿਲ ਗਏ। ਕੁਛ ਵਿੱਦਿਆ ਵੀ ਕੀਤੀ ਹੈ, ਪੇਂਟਿੰਗ ਮੈਂ 10ਵੀਂ ਤੱਕ ਕੀਤੀ ਹੈ। ਉਸ ਤੋਂ ਬਾਅਦ ਮੈਂ ਉਸਤਾਦਾਂ ਕੋਲ ਸਿੱਖਿਆ ਅਤੇ ਆਪਣੀ ITI ਕੀਤੀ ਸੀ ਮੈਂ ਡਰਾਇੰਗ ਟੀਚਰ ਦੀ। ਇਸ ਤਰ੍ਹਾਂ ਕਰਕੇ ਮੈਂ ਕਰਦਾ 40 ਸਾਲ ਹੀ ਹੋ ਗਿਆ, ਸਿੱਖਦਾ ਸਿੱਖ ਹੀ ਗਿਆ। ਇਹ ਤੁਸੀਂ ਐਜ਼ ਏ ਪ੍ਰੋਫੈਸ਼ਨ ਲੈ ਰਹੇ ਹੋ ਇਸ ਚਿੱਤਰਕਾਰੀ ਨੂੰ, ਇਹਨਾਂ ਜਿਹੜੀਆਂ ਜਿੰਨੀ ਤੁਸੀਂ ਚਿੱਤਰਕਾਰੀ ਕਰਦੇ ਹੋ ਇਹਨਾਂ ਨੂੰ ਸੇਲ ਕਰਦੇ ਹੋ? ਇਹ ਜੀ ਇਸ ਵੇਲੇ ਤਾਂ ਮੈਂ ਬਾਹਰ ਹੀ ਕੰਮ ਕਰ ਰਿਹਾ ਕੀਤਾ, ਹੁਣ ਫਾਈਨਲ 'ਤੇ ਆਏ ਅਤੇ 10 ਗੁਰੂ ਸਾਹਿਬਾਂ ਦੇ ਵਿੱਚ ਚਿੱਤਰ ਬਣਾ ਚੁੱਕੇ ਹਾਂ, ਥੋੜ੍ਹੇ ਬਹੁਤ ਰਹਿੰਦੇ ਜਿਹੜੇ ਬਣਾ ਰਹੇ ਹਾਂ। ਅਤੇ ਬਾਕੀ ਮੈਂ ਪ੍ਰੋਫੈਸ਼ਨਲ ਕਰਦਾ ਰਹਿੰਦਾ, ਜੋ ਵੀ ਆਰਡਰ ਮਿਲਦਾ ਮੈਂ ਕਰਦਾ। ਹੋਰ ਵੀ ਕੋਈ ਬਿਜ਼ਨਸ ਕਰਦੇ ਹੋ ਕਿ ਇਹ ਸਿਰਫ ਚਿੱਤਰਕਾਰੀ ਦਾ ਪੇਸ਼ੇ ਵਜੋਂ ਲੈਂਦੇ ਹੋ? ਮੈਨੂੰ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਹੈ, ਜਿੰਨਾ ਬਖਸ਼ਿਆ ਜੀ ਹੈ, ਮੇਰੀ ਰੋਜੀ ਰੋਟੀ ਵੀ ਹੈ ਔਰ ਮੇਰੇ ਦਿਲ ਦਾ ਸਕੂਨ ਵੀ ਹੈ, ਮੈਨੂੰ ਖੁਸ਼ੀ ਵੀ ਹੈ। ਸ਼ੌਕ ਕਿੰਨੀ ਦੇਰ ਤੋਂ ਲੱਗਿਆ? ਮੈਂ 7ਵੀਂ 8ਵੀਂ ਪੜ੍ਹਦਾ ਸੀ, ਉੱਥੇ ਸ਼ੌਕ ਹੈ ਜੀ, ਔਰ ਅੱਜ ਤੋਂ 40 ਸਾਲ ਹੋ ਗਏ ਕੰਮ ਕਰਦਾ। ਪਰਿਵਾਰ ਦੇ ਵਿੱਚ ਕਿੰਨੇ ਬੱਚੇ ਹੈ, ਬੀਵੀ ਹੈ, ਕਿਆ ਉਹਨਾਂ ਨੂੰ ਵੀ ਇਹ ਸ਼ੌਕ ਹੈ ਕਿ ਉਹ ਪ੍ਰੋਫੈਸ਼ਨ ਵੱਲੋਂ ਜੋੜੇ? ਦੇਖੋ ਜੀ, ਘਰ ਵਾਲੀ ਕਰਦੀ ਸੀ ਪਹਿਲਾਂ ਜਦੋਂ ਬੱਚੇ ਛੋਟੇ ਸੀ, ਬੱਚੇ ਵੱਡੇ ਹੋ ਗਏ, ਉਹਨਾਂ ਦੀ ਜ਼ਿੰਮੇਵਾਰੀਆਂ ਵੱਧ ਗਈਆਂ, ਉਹ ਛੱਡ ਗਏ। ਵੈਸੇ ਪੋਰਟਰੇਟ ਤੋਂ ਬਸ ਬਾਹਰ ਸੀਗੇ ਉਹ, ਬਾਕੀ ਬਹੁਤ ਸਾਥ ਹੈ ਜੀ ਉਹਨਾਂ ਦੇ ਪਰਿਵਾਰ ਦਾ, ਸਾਰੇ ਦੇ ਸਾਥ ਹੈ। ਬੇਟੇ ਆ MPED ਕੀਤੀ ਹੈ, ਕਿ ਪਹਿਲਾਂ ਕਾਲਜ ਪੜ੍ਹਦੇ ਸੀ, ਸ਼ੌਪ ਕੀਤੀ ਹੋਈ ਹੈ, ਠੀਕ ਆ, ਆਪੋ ਆਪਣਾ ਕੰਮ ਵਧੀਆ ਕਰ ਰਹੇ ਜੀ। ਮੈਂ ਪਾਇਆ ਨਹੀਂ ਉਸ ਪਾਸੇ, ਮਿਹਨਤੀ ਕੰਮ ਜ਼ਿਆਦਾ ਕਰਕੇ, ਅੱਜ ਕੱਲ੍ਹ ਦੇ ਬੱਚੇ ਮਿਹਨਤ ਕਰਦੇ ਨੇ। ਲੜਕੀ ਮੇਰੀ ਅੱਛਾ ਕੰਮ ਕਰਦੀ ਹੈ। ਇੱਕ ਗੱਲ ਹੋਰ, ਸਾਡੀ ਬਹੁਤ ਸਾਰੇ ਚਿੱਤਰਕਾਰ ਨੇ ਜਿਨ੍ਹਾਂ ਨੂੰ ਸਨਮਾਨਿਤ ਵੀ ਕੀ ਜਗ੍ਹਾ ਦੇ ਉੱਤੇ ਕੀਤਾ ਗਿਆ ਹੈ। ਅੱਜ ਸ਼ੋਭਾ ਸਿੰਘ ਚਿੱਤਰਕਾਰੀ ਅਜਿਹਾ ਨਾਂ ਹੈ, ਉਹਨਾਂ ਦੇ ਨਾਂ ਦੇ ਉੱਤੇ ਇੱਕ ਅਵਾਰਡ ਵੀ ਜਿਹੜਾ ਹੈ ਉਹ ਇੱਥੇ ਚੱਲ ਰਿਹਾ ਹੈਗਾ। ਬਹੁਤ ਸਾਰੇ ਹੋਰ ਵੀ ਸਮਾਜ ਸੇਵੀ ਸੰਸਥਾ ਨੇ ਜਿਹੜੀਆਂ ਚਿੱਤਰਕਾਰੀ ਨੂੰ ਲੈ ਕੇ ਅਕਸਰ ਸਨਮਾਨਿਤ ਕਰਦੀਆਂ ਰਹਿੰਦੀਆਂ ਨੇ। ਕੀ ਤੁਹਾਡੀ ਕਿਸੇ ਨੇ ਨਿਸ਼ਾਨੀ ਕੀਤੀ, ਤੁਹਾਨੂੰ ਪਹਿਚਾਣਿਆ, ਤੁਹਾਨੂੰ ਸਨਮਾਨ ਮਿਲਿਆ? ਮੈਨੂੰ 60-70 ਸਨਮਾਨ ਮਿਲ ਚੁੱਕੇ ਆ। ਕੁਛ ਮੈਂ ਇੱਥੇ ਲੈ ਕੇ ਆਇਆ, ਆਪ ਜੀ ਨੂੰ ਦਿਖਾਵਾਂਗਾ। ਸਭ ਤੋਂ ਵੱਡਾ ਸਨਮਾਨ ਮੈਨੂੰ ਇਹ ਹੈ 550ਵੇਂ ਜਨਮ ਦਿਨ 'ਤੇ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦਾ 4 ਆਰਟਿਸਟਾਂ ਨੂੰ ਸਨਮਾਨ ਕੀਤਾ ਗਿਆ। ਸਿਧਾਰਥ ਜੀ, ਸਵਾਮੀ ਛਵੀ ਜੀ, JP ਸਿੰਘ ਜੀ ਔਰ ਦਾਸ ਅਜੀਤ ਸਿੰਘ ਰਾਏ। ਚਿਹਰਾ ਲੱਗਿਆ ਸੀ ਪਹਿਲਾਂ ਮਨਮੋਹਨ ਸਿੰਘ ਜੀ ਨੇ ਸਨਮਾਨ ਕੀਤਾ ਸੀ। ਉਹ ਤਸਵੀਰਾਂ ਮੇਰੇ ਕੋਲ ਨੇ, ਆਪ ਜੀ ਨੂੰ ਦਿਖਾ ਦਿੱਤਾ। ਦਲਾਈ ਲਾਮਾ ਜੀ ਮਹਾਨ ਹਸਤੀ ਹੋਈ ਹੈ, ਮੈਨੂੰ ਸਨਮਾਨ ਕੀਤਾ ਗਿਆ। ਹੋਰ ਵੀ ਸੁਰਿੰਦਰ ਸਾਹਿਬ ਨੇ ਮੈਨੂੰ ਸਨਮਾਨ ਕੀਤਾ। ਸ਼ਹੀਦ ਭਗਤ ਸਿੰਘ ਦੇ ਮੈਂ ਸੈਣੀ ਵਾਲਾ ਮੈਂ ਨਮਾਇਸ਼ ਲਾਈ ਸੀ 90-91 ਦੇ ਵਿੱਚ, ਉਹਨਾਂ ਨੇ ਉਦਘਾਟਨ ਕੀਤਾ ਸੀ, ਮੈਨੂੰ ਸਨਮਾਨਿਤ ਵੀ ਕੀਤਾ। ਯੋਗਰਾਜ ਜੀ ਨੇ ਮੈਨੂੰ ਸ਼ੋਭਾ ਸਿੰਘ ਪੁਰਸਕਾਰ ਦਿੱਤਾ ਜੀ। ਮੇਰੇ ਕੋਲ ਸਾਡੇ ਸਬੂਤ ਨੇ, ਉਹ ਆਖਰ ਨੇ ਦਰਸ਼ਨ ਕਰਾਉਣਾ। ਸਾਡੇ ਮੈਨੂੰ ਹੋਰ ਵੀ ਕਈ ਮਾਨ ਸਨਮਾਨ ਮਿਲੇ ਆ, ਸਰਟੀਫਿਕੇਟ ਮਿਲੇ ਆ ਜੀ। ਮੈਨੂੰ 2 ਕਮਿਸ਼ਨਰਾਂ ਦੇ ਸਰਟੀਫਿਕੇਟ ਆ, ਔਰ ਭਾਈ ਮਰਦਾਨਾ ਜੀ ਸੁਸਾਇਟੀ ਵਾਲਿਆਂ ਨੇ ਮੈਨੂੰ ਬਹੁਤ ਵੱਡਾ ਸਨਮਾਨ ਦਿੱਤਾ ਜੀ। ਹੋਰ ਕਈ ਮਾਨ ਸਨਮਾਨ ਹੈਗੇ ਕਾਫੀ ਸਾਰੇ। ਅੱਜ ਕੱਲ੍ਹ ਮਾਡਰਨ ਆਰਟ ਬਹੁਤ ਲੋਕਪ੍ਰਿय ਹੋ ਰਿਹਾ ਹੈ, ਮਾਡਰਨ ਆਰਟ ਵੀ ਕਰਦੇ ਹੋ? ਮਾਡਰਨ ਆਰਟ 'ਚ 2 ਪਹਿਲੂ ਹੁੰਦੇ ਕਿ ਇੱਕ ਚਿਹਰੇ ਤੋਂ ਬਗੈਰ ਇੱਕ ਆਪਣੀ ਕਲਾ ਦੱਸਣੀ, ਆਪ ਭਾਵ 'ਤੇ ਕੋਈ ਕਿਸੇ ਤਰ੍ਹਾਂ ਦਾ ਉਸ ਨੂੰ ਕੱਢ ਸਕਦਾ ਕਿ ਇਹਦਾ ਮੀਨਿੰਗ ਕੀ ਹੈ, ਮੀਨਿੰਗ ਕੱਢਣਾ ਹੁੰਦਾ, ਉਹ ਵੀ ਕਲਾ ਬਹੁਤ ਵਧੀਆ ਠੀਕ ਹੈ। ਆਪਣੇ ਹੱਥ ਕੋਈ ਆਰਡਰ ਆਉਂਦਾ ਉਹ ਵੀ ਕਰ ਲਈਦਾ, ਲੇਕਿਨ ਫਿਲਹਾਲ ਮੈਂ ਰਿਅਲਿਸਟਿਕ ਹੀ ਕਰ ਰਿਹਾ।
ਅੱਜ ਕੱਲ੍ਹ ਕੰਪੀਟੀਸ਼ਨ ਬਹੁਤ ਹੈ। ਇੱਕ ਪਾਸੇ ਮਾਡਰਨ ਆਰਟ ਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਨੇ, ਇੱਕ ਪਾਸੇ ਦੂਸਰੇ ਆਰਟ ਨੂੰ ਹਲੇ ਇੰਨਾ ਤਰਜੀਹ ਨਹੀਂ ਦਿੰਦੇ। ਤੁਸੀਂ ਕੀ ਸਮਝਦੇ ਹੋ ਵੀ ਇਹ ਜਿਹੜਾ ਹੈ ਵੀ ਕਿਤੇ ਨਾ ਕਿਤੇ ਪਿੱਛੇ ਜਾ ਰਹੀ ਹੈ ਦੂਸਰਾ ਆਰਟ, ਤੁਹਾਡੇ ਵਾਲਾ ਆਰਟ ਜਿਹੜਾ ਹੈ, ਹਾਲਾਂਕਿ ਤੁਸੀਂ ਕਹਿ ਰਹੇ ਮਾਡਰਨ ਆਰਟ ਵੀ ਕਰਦਾ ਵੀ ਮਾਡਰਨ ਆਰਟ ਨੂੰ ਜ਼ਿਆਦਾ ਪਸੰਦ ਨਹੀਂ ਕਰਦੇ ਲੋਕ? नहीं सर, अज जो है ना, अज बदल गया ट्रेंड। अज जापानी चीज़ा और विदेशों दी चीज़ा मीनाकारी करते हैं, मीनाकारी होने के लिए चाहे कोई मॉडल आर्ट करता तो चाहे कोई करता, और थोड़े फाइन कर रहे हैं जी, और वह मुल भी पै रहा। पहला मुल नहीं पैदा सी, अज मुल पै रहा। जिन्ना पैसा ਤੁਸੀਂ ਖਰਚਦੇ ਹੋ ਵੀ ਇੱਕ ਤਸਵੀਰ ਬਣਾਉਣ ਤੇ ਮਾਡਲ ਬਣਾਉਣ ਤੇ 25-30,000 ਰੁਪਏ ਦਾ ਖਰਚਾ ਆਇਆ ਹੋਵੇਗਾ, ਇਹ ਰਿਕਵਰ ਹੋ ਜਾਂਦਾ ਹੈ ਕਿ ਇਹ ਸ਼ੌਕ ਲਈ ਇੰਨਾ ਕਰਦੇ ਹੋ? ਜਿਹੜੀ ਮਹਾਨ ਹਸਤੀ ਹੈ ਨਾ ਜੋ ਕੰਮ ਕਰਦਾ ਉਹੀ ਇਹੋ ਜਿਹੇ ਜਿਹੜੇ ਦਾਨਸ਼ਮੰਦ ਲੋਕ ਆ, ਬੁੱਧੀਜੀਵੀ ਲੋਕ ਆ, ਜਿਹੜੇ ਦੁਨੀਆ ਨੂੰ ਉਹ ਜਿਹਦੀ ਮੰਗਦੀਆਂ ਉਹਨਾਂ ਨੂੰ ਸਤਿਕਾਰ ਹੈ ਰੱਖਿਆ ਜਾਂਦਾ, ਉਹ ਕੋਈ ਕਮੀ ਨਹੀਂ ਹੁੰਦੀ। ਜਿਸ ਵੀ ਆਰਟਿਸਟ ਦੇ ਉੱਤੇ ਉਹਨਾਂ ਦਾ ਮਿਹਨਤ ਹੋਈ ਸਭ ਕੁਝ ਠੀਕ ਠਾਕ ਹੈ। ਤੁਸੀਂ ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਕਿ ਇਹੋ ਜਿਹੇ ਲਈ ਆਉਣ, ਅੱਗੇ ਆਉਣ, ਦੇਖਣ, ਪ੍ਰਦਰਸ਼ਨੀਆਂ ਦੇਖਣ, ਕੋਈ ਚੀਜ਼ ਅੱਛੀ ਲੱਗਦੀ ਹੈ ਉਹਨੂੰ ਖਰੀਦਣ, ਜਾਂ ਫਿਰ ਚਿੱਤਰਕਾਰੀ ਨੂੰ ਕਿਸ ਤਰ੍ਹਾਂ ਪ੍ਰੋਤਸਾਹਿਤ ਹੋਰ ਜ਼ਿਆਦਾ ਕਰ ਸਕਣ, ਉਸ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ? ਆਪੋ ਆਪਣੀ ਜਗ੍ਹਾ ਤੇ, ਆਪੋ ਆਪਣੇ ਜਗ੍ਹਾ ਤੇ ਮੈਂ ਦੇਖਿਆ ਕੰਮ ਕਰ ਰਹੇ ਆਰਟਿਸਟ ਸਿਖਾ ਰਹੇ ਆ। ਮੈਂ ਵੀ 60-70 ਕਲਾਕਾਰ ਬਣਾ ਚੁੱਕੇ ਹਾਂ ਅੱਜ ਤੱਕ 40 ਸਾਲਾਂ 'ਚ। ਮੈਂ ਅੱਜ ਜੋ ਵੇਖਦਾ, ਅੱਜ ਰੁਝਾਨ ਲੜਕੀਆਂ 'ਚ ਜ਼ਿਆਦਾ, ਲੜਕੇ को ਛੱਡਦੇ ਜਾ ਰਹੇ, ਮਿਹਨਤ ਕੰਮ ਜ਼ਿਆਦਾ है। मैंने बड़ी लड़कियाँ करती हैं, चंडीगढ़ में सारा लड़कियाँ हो गया, काफ़ी मेरे को सीखा। मैं 70 जिले पढ़ा चुका, अच्छा काम कर रहे हैं। ਲੋਕਾਂ ਲਈ ਸਾਡੇ ਲੋਕਾਂ ਲਈ ਇਹ ਹੈ ਕਿ ਲੋਕ ਇਸ ਨੂੰ ਅਪਣਾ ਰਹੇ ਆ ਜਿਨ੍ਹਾਂ ਨੂੰ ਸ਼ੌਕ ਹੈ। ਇਹ ਕੋਈ ਇਹ ਨਹੀਂ ਹੈ ਕਿ ਉੱਥੋਂ ਕਰਿਆਨੇ ਤੋਂ ਸੌਦਾ ਪਾਇਆ ਤੇ ਦੇ ਦਿੱਤਾ। ਇਹ ਤਾਂ ਮਿਹਨਤੀ ਕੰਮ ਹੈ ਜੀ, ਪਸੀਨਾ ਪਾਉਣ ਵਾਲਾ ਕੰਮ ਹੈ। ਕੋਈ ਮੱਝ ਦਾ ਨਾਲ ਨਿੱਤਰਦਾ, ਔਰ ਜਿਹੜੇ ਨਿੱਤਰਦੇ ਆ ਫਿਰ ਉਹ ਨਿੱਤਰਦੇ ਆ। ਇਹ ਇੱਕ ਤਰਫ ਹੈ, ਇਹ ਡਗਰ ਜਿਹੜੀ ਟਫ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਗੱਲ ਕਰਨ ਲਈ। ਸ਼ਿਵ ਕੁਮਾਰ ਬਟਾਲਵੀ ਨੇ ਇੱਕ ਕਵਿਤਾ ਦੇ ਵਿੱਚ ਕਿਹਾ ਸੀ, ਕਹਿੰਦੇ ਨੇ ਕੁਝ ਸ਼ੌਕ ਜਿਹੇ ਰੰਗਾਂ ਦਾ ਹੀ ਨਾਮ ਤਸਵੀਰਾਂ ਨੇ। ਜੀ ਕਿਹਾ ਤਾਂ ਜਾਂਦਾ ਹੈ ਕਿ ਸ਼ੌਕ ਜੇ ਰੰਗਾਂ ਦਾ ਹੀ ਨਾ ਤਸਵੀਰਾਂ ਹੈ, ਲੇਕਿਨ ਤਸਵੀਰ ਨੂੰ ਬਣਾਉਣ ਦੇ ਲਈ ਕਲਾਕਾਰ ਦਾ ਦਿਮਾਗ ਤੇ ਦਿਮਾਗ ਦੇ ਵੀ ਅੰਦਰ ਛਿਪੀ ਹੋਈ ਜਿਹੜੀ ਪ੍ਰਤਿਭਾ ਹੈ, ਜਦੋਂ ਤੱਕ ਉਹ ਬਾਹਰ ਨਹੀਂ ਆਉਂਦੀ ਉਦੋਂ ਤੱਕ ਸ਼ਾਇਦ ਕੋਈ ਕੈਨਵਸ ਦੇ ਉੱਤੇ ਸਹੀ ਤਸਵੀਰ ਉਤਾਰੀ ਹੀ ਨਹੀਂ ਜਾ ਸਕਦੀ। ਤੇ ਉਹਨਾਂ ਤਸਵੀਰਾਂ ਨੂੰ ਆਪਣੇ ਦਿਲ ਦਿਮਾਗ ਦੇ ਨਾਲ ਉਤਾਰਨ ਲਈ ਇੱਕ ਸ਼ਖਸੀਅਤ ਜਿਹੜੀ ਅਸੀਂ ਤੁਹਾਡੇ ਨਾਲ ਬਣਾਈ ਹੈ, ਸਰਦਾਰ ਵਜੀਰ ਸਿੰਘ ਰਾਏ ਮੁਕਤਸਰੀ। ਇਹ ਸਨ ਦੋਸਤੋ, ਹੁਣ ਤੁਹਾਨੂੰ ਅਸੀਂ ਲੈ ਚੱਲਦੇ ਹਾਂ ਉਸ ਚੈਂਬਰ ਦੇ ਵਿੱਚ ਜਿਸ ਚੈਂਬਰ ਦੇ ਵਿੱਚ ਮ੍ਰਿਤਕ ਦੇਹ ਦਾ ਸੰਸਕਾਰ ਕੀਤਾ ਜਾਂਦਾ ਹੈ, ਤੇ ਦਿਖਾਉਂਦੇ ਹਾਂ ਤੁਹਾਨੂੰ ਕਿ ਕਿਸ ਤਰ੍ਹਾਂ ਉਹ ਚੈਂਬਰ ਕੰਮ ਕਰਦਾ ਹੈ ਤੇ ਕਿਸ ਤਰ੍ਹਾਂ ਉਸ ਚੈਂਬਰ ਦੇ ਵਿੱਚ ਮ੍ਰਿਤਕ ਦੇਹ ਦਾ ਸੰਸਕਾਰ ਕੀਤਾ ਜਾਂਦਾ। ਆਓ ਥੋੜਾ ਜਿਹਾ ਤੁਹਾਨੂੰ ਲੈ ਚੱਲਦੇ ਹਾਂ। ਇਹ ਸ਼ਮਸ਼ਾਨ ਘਾਟ ਦੇ ਵਿੱਚ ਇਹ ਚੈਂਬਰ ਹੈ ਜਿਸ ਚੈਂਬਰ ਦੇ ਵਿੱਚ ਮ੍ਰਿਤਕ ਦੇਹ ਦਾ ਸੰਸਕਾਰ ਕੀਤਾ ਜਾਂਦਾ ਹੈ। ਇਹ ਗੈਸ ਦੇ ਸਹਾਰੇ ਚੱਲਣ ਵਾਲੀ ਜਿਹੜੀ ਪੂਰੀ ਦੀ ਪੂਰੀ ਤੁਸੀਂ ਦੇਖ ਸਕਦੇ ਹੋ ਕਿ ਇਹਨੂੰ ਪਹਿਲੇ ਬਾਹਰ ਲਿਆਂਦਾ ਗਿਆ ਹੈ। ਬਾਹਰ ਲਿਆ ਕੇ ਇਹ ਇਸ ਤਰ੍ਹਾਂ ਦਾ ਡੋਮ ਬਣਾਇਆ ਗਿਆ ਹੈ। ਡੋਮ ਦੇ ਵਿੱਚ ਥੱਲੇ ਗੈਸ ਪਾਈਪ ਦੇ ਰਾਹੀਂ ਇੱਥੇ ਗੈਸ ਆਉਂਦੀ ਹੈ। ਇੱਥੇ ਥੋੜੀ ਜਿਹੀ ਲੱਕੜ ਕਹਿੰਦੇ ਨੇ 2 ਕੁਇੰਟਲ ਤੱਕ ਲਗਾਈ ਜਾਂਦੀ ਹੈ। ਉਸ ਤੋਂ ਬਾਅਦ ਫਿਰ ਮ੍ਰਿਤਕ ਦੇਹ ਨੂੰ ਉੱਪਰ ਰੱਖ ਕੇ ਇਹਨੂੰ ਬਿਲਕੁਲ ਬੰਦ ਕਰ ਦਿੱਤਾ ਜਾਂਦਾ ਤੇ ਫਿਰ ਅੱਗ ਲਾ ਦਿੱਤੀ ਜਾਂਦੀ ਹੈ। ਇਸ ਦਾ ਧੂੰਆਂ ਜਿਹੜਾ ਬਾਹਰ ਚਿਮਨੀਆਂ ਨਾਲ ਚਲੇ ਜਾਂਦਾ ਹੈ। ਪੂਰੀ ਡਿਟੇਲ ਕੀ ਹੈ ਅੱਜ ਕੱਲ੍ਹ, ਵੈਸੇ ਮੈਂ ਇੱਕ ਤੁਹਾਨੂੰ ਜ਼ਰੂਰ ਦੱਸਦਾ ਕਿ ਜਿੱਥੇ ਇਹ ਪੂਰਾ ਦਾ ਪੂਰਾ ਪ੍ਰਬੰਧ ਜੋ ਇਸ ਚੀਜ਼ ਦਾ ਹੈਗਾ ਉਹ ਸੰਤ ਬਾਬਾ ਕਪੂਰ ਸਿੰਘ ਜੀ ਇਸ ਵਕਤ ਇਹਨਾਂ ਦੀ ਦੇਖ ਰੇਖ ਦੇ ਵਿੱਚ ਹੀ ਇਸ ਜਗ੍ਹਾ ਦੇ ਉੱਤੇ ਚੱਲ ਰਿਹਾ ਹੈਗਾ। ਤੇ ਸਾਡੇ ਨਾਲ ਨੇ ਇੱਕ ਵਾਰ ਫਿਰ ਰਾਏ ਸਾਹਿਬ ਕੋਲੋਂ ਜਾਣਦੇ ਹਾਂ ਵੀ ਰਾਏ ਸਾਹਿਬ, ਇਹ ਆਖਿਰ ਕਿੰਨਾ ਕੁ ਸਮਾਂ ਲੱਗ ਜਾਂਦਾ ਜਦੋਂ ਇੱਥੇ ਸੰਸਕਾਰ ਹੁੰਦਾ ਹੈ ਇਸ ਹਿਸਾਬ ਦੇ ਨਾਲ ਬੰਦ ਚੈਂਬਰ ਦੇ ਵਿੱਚ, ਤੇ ਇਹ ਕਦੋਂ ਤੋਂ ਸ਼ੁਰੂ ਕੀਤਾ ਗਿਆ? ਕੁਛ ਮਿੰਟਾਂ 'ਚ ਹੀ ਹੈ ਜੀ, ਜੋ ਵੱਧ ਅੱਧਾ ਘੰਟਾ ਲਾ ਲਓ। ਹਾਂ ਠੀਕ ਹੈ, ਹੋ ਜਾਂਦਾ ਜੀ, ਬਿਲਕੁਲ ਕਲੀਅਰ ਹੋ ਜਾਂਦਾ। ਇਹ ਨਹੀਂ ਹੈ ਕਿ ਵੀ ਇਹ ਵਾਰੀ ਇੱਥੇ ਕੁਛ ਨਹੀਂ ਕਰਨਾ ਪੈਂਦਾ। ਔਰ ਇੱਕ ਤੁਹਾਨੂੰ ਆਪ ਜੀ ਨੂੰ ਦੱਸਾਂ, ਇਹ ਜੋ ਅਜੂਬਾ ਬਣਾਇਆ ਨਾ ਸ਼੍ਰੀਮਾਨ ਸਾਡੇ ਗੁਰੂ ਮਹਾਰਾਜ ਸੰਤ ਬਾਬਾ ਨਾਰ ਸਿੰਘ ਜੀ ਸਨੇਰਾ ਵਾਲਿਆਂ ਨੇ, ਜਿਨ੍ਹਾਂ ਦੀ ਦੇਖ ਰੇਖ ਬਾਬਾ ਜੀ ਕਰ ਰਹੇ ਆ, ਬਾਬਾ ਕਪੂਰ ਸਿੰਘ ਜੀ, ਇਹ ਹੈ ਕਿ ਇਹ ਪਹਿਲਾ ਸੰਸਕਾਰ ਵੀ ਮਾਤਾ ਜੀ ਦਾ ਬਾਬਾ ਜੀ ਨੇ ਆਪਦੇ ਹੱਥੀਂ ਇੱਥੇ ਕੀਤਾ, ਬਾਬਾ ਨਾਰ ਸਿੰਘ ਜੀ ਸਨੇਰਾ ਵਾਲਿਆਂ ਨੇ। ਇਹ ਇਸ ਕਰਕੇ ਅਸੀਂ ਇਹਨੂੰ ਸਮਰਪਿਤ ਕੀਤਾ। ਪਵਿੱਤਰ ਹੈ ਇਹ ਸਾਡੇ ਲਈ, ਇਹ ਅਜੂਬਾ ਹੈ। ਇਹ ਗੈਸ ਦੇ ਸਹਾਰੇ ਹੁੰਦਾ ਜੀ ਸਾਰਾ ਕੁਝ? ਗੈਸ ਦੇ ਸਹਾਰੇ ਹੁੰਦਾ ਜੀ। ਗੈਸ ਔਰ ਲੱਕੜਾਂ ਵੀ ਮੇਰਾ ਖਿਆਲ ਹੈ ਜੀ ਬਾਬਾ ਜੀ, ਲੱਕੜਾਂ ਵੀ ਪੈਂਦੀਆਂ ਜੀ, ਤੇ ਗੈਸ ਦਾ ਜ਼ਿਆਦਾ ਤੇ ਲੱਕੜਾਂ ਥੋੜਾ ਬਹੁਤ। ਲੱਕੜਾਂ ਉਹਨੀਆਂ ਨਹੀਂ ਲੱਗਦੀਆਂ ਕਹਿੰਦੇ ਆ ਜਿੰਨੀਆਂ ਪਹਿਲਾਂ ਲੱਗਦੀਆਂ ਨਾ ਜੀ, ਉਹਨੀਆਂ ਨਹੀਂ ਲੱਗਦੀਆਂ। ਪੋਲੂਸ਼ਨ ਵੀ ਘਟਦਾ। ਉਹ ਚਿਮਨੀ ਬਣੀ ਹੋਈ ਹੈ, ਸਾਰਾ ਉੱਪਰ ਚਲਾ ਜਾਂਦਾ ਜੀ।
ਦੂਸਰੀ ਗੱਲ ਇਹ ਹੈ ਵੀ ਜਦੋਂ ਇੱਥੇ ਜ਼ਿਆਦਾ ਦੇਰ ਫੁੱਲ ਚੁੱਕਣ ਵਾਲੇ ਜਦੋਂ ਆਉਂਦੇ ਨੇ ਫਿਰ ਫੁੱਲ ਚੁੱਕਣ ਦੀ ਵੀ ਕੋਈ ਜ਼ਿਆਦਾ ਉਹ ਨਹੀਂ ਹੁੰਦੀ, ਕਿਉਂਕਿ ਇਸ ਜਗ੍ਹਾ ਤੇ ਜਦੋਂ ਇਹ ਸੰਸਕਾਰ ਹੋ ਜਾਂਦਾ ਤਾਂ ਇੱਕ ਬਕਾਇਦਾ ਤੁਸੀਂ ਦੇਖ ਸਕਦੇ ਹੋ ਕਿ ਇਹ ਇਸ ਜਗ੍ਹਾ ਦੇ ਉੱਤੇ ਆ ਕੇ ਫੁੱਲ ਇਕੱਠੇ ਹੋ ਜਾਂਦੇ ਆ, ਇਹਨੂੰ ਖੋਲ ਦਿੱਤਾ ਜਾਂਦਾ ਤੇ ਥੱਲੇ ਇੱਕ ਟਰੇ ਬਣਾਈ ਗਈ ਹੈ। ਇਸ ਟਰੇ ਦੇ ਵਿੱਚ ਆ ਕੇ ਫੁੱਲ ਜਿਹੜੇ ਆ ਉਹ ਹੋ ਜਾਂਦੇ ਆ। ਬਾਬਾ ਜੀ ਦਿਖਾ ਰਹੇ ਨੇ ਟਰੇ ਨੂੰ ਖਿੱਚ ਕੇ, ਆ ਤੁਸੀਂ ਦੇਖ ਸਕਦੇ ਹੋ ਕਿ ਇਸ ਟਰੇ ਦੇ ਵਿੱਚ ਫਿਰ ਫੁੱਲ ਆ ਜਾਂਦੇ ਆ, ਇੱਥੋਂ ਜਿਹੜੇ ਆ ਫੁੱਲ ਚੁੱਕੇ ਜਾ ਸਕਦੇ ਆ। ਸੋ ਇਸ ਹਿਸਾਬ ਨਾਲ ਫਿਰ ਇਸ ਚੈਂਬਰ ਨੂੰ ਦੁਬਾਰਾ ਜਿਹੜਾ ਹੈ ਉਹ ਬੰਦ ਕਰ ਦਿੱਤਾ ਜਾਂਦਾ ਹੈ ਤੇ ਇਸ ਹਿਸਾਬ ਦੇ ਨਾਲ ਇੱਥੇ ਜਿਹੜਾ ਹੈ ਉਹ ਮ੍ਰਿਤਕ ਦੇਹ ਦਾ ਸੰਸਕਾਰ ਕੀਤਾ ਜਾਂਦਾ ਹੈ। ਸੋ ਦੋਸਤੋ, ਇਹ ਸੀ ਦੋਦਰ ਦੀ ਸ਼ਮਸ਼ਾਨ ਭੂਮੀ। ਅਸੀਂ ਤੁਹਾਡੇ ਸਾਹਮਣੇ ਰਿਪੋਰਟ ਰੱਖੀ। ਇਸ ਰਿਪੋਰਟ ਦੇ ਵਿੱਚ ਜਦੋਂ ਅਸੀਂ ਚਿੱਤਰਕਾਰ ਨਾਲ ਗੱਲਬਾਤ ਕਰ ਰਹੇ ਸੀ ਤਾਂ ਤੁਹਾਨੂੰ ਆਵਾਜ਼ ਥੋੜੀ ਜਿਹੀ ਗੂੰਜਦੀ ਨਜ਼ਰ ਆਏਗੀ, ਕਿਉਂਕਿ ਉਹ ਡੋਮ ਸੀ। ਡੋਮ ਦੇ ਵਿੱਚ ਸਾਡੀ ਆਵਾਜ਼ ਇਸੇ ਤਰ੍ਹਾਂ ਉਹਨਾਂ ਦੇ ਨਾਲ ਆਈ ਹੈ ਤੇ ਤੁਹਾਨੂੰ ਵੀ ਉਹ ਆਵਾਜ਼ ਸਮਝ ਤਾਂ ਆਈ ਹੋਏਗੀ, ਲੇਕਿਨ ਗੂੰਜਦੀ ਹੋਏਗੀ। ਕੀ ਤੁਸੀਂ ਅਜਿਹਾ ਡੋਮ ਰੂਪੀ ਸ਼ਮਸ਼ਾਨ ਘਾਟ ਕਿਤੇ ਦੇਖਿਆ ਹੈ? ਝੀਲ ਬਣਾ ਕੇ ਸੰਤਾਂ ਨੇ ਝੀਲ ਦੇ ਕੰਢੇ ਤੇ ਇੱਕ ਬਹੁਤ ਹੀ ਵਧੀਆ ਡੋਮ ਇਗਲੂ ਬਣਾ ਕੇ ਉਸ ਦੇ ਵਿੱਚ ਅਜਿਹੀ ਸ਼ਮਸ਼ਾਨ ਭੂਮੀ ਬਣਾ ਦਿੱਤੀ, ਅਜਿਹਾ ਨਜ਼ਾਰਾ ਪੇਸ਼ ਕਰ ਦਿੱਤਾ ਕਿ ਹਰੇਕ ਨੂੰ ਜੋ ਵੀ ਉੱਥੇ ਵਿਅਕਤੀ ਆਂਦਾ ਹੈ ਆਪਣੇ ਰਿਸ਼ਤੇਦਾਰ ਸਾਕ ਸੰਬੰਧੀ ਦੀ ਮ੍ਰਿਤਕ ਦੇਹ ਦੇ ਨਾਲ, ਉਹ ਕਿਤੇ ਨਾ ਕਿਤੇ ਤਾਂ ਜ਼ਰੂਰ ਕਹਿਣ ਲਈ ਮਜਬੂਰ ਹੋ ਜਾਂਦਾ ਹੈ ਕਿ ਆਖਿਰ ਜਿਸ ਤਰ੍ਹਾਂ ਦੀ ਜ਼ਿੰਦਗੀ ਇਨਸਾਨ ਜੀਣ ਆਇਆ ਹੈ, ਉਸ ਜ਼ਿੰਦਗੀ ਨੂੰ ਜੀ ਕੇ ਉਸ ਨੂੰ ਆਪਣੇ ਆਖਰੀ ਸਫ਼ਰ ਦੀ ਮੰਜ਼ਿਲ ਵੀ ਬਹੁਤ ਖੂਬਸੂਰਤ ਮਿਲੀ ਹੈ। ਸੋ ਇਸ ਆਖਰੀ ਮੰਜ਼ਿਲ ਦੇ ਵਿੱਚ ਅੱਜ ਇੰਨਾ ਹੀ। ਫਿਲਹਾਲ ਆਪਣੇ ਦੋਸਤ ਤੇ ਹੋਸਟ ਸ਼ਮੀ ਡਾਵਰਾ ਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।